तुझे खुदावन ने चुन लिया है, अजीम रुतबा अता किया है। ख़वातीन व हज़रात, कैथलिक टीवी के प्रोग्राम हम खिदमत में आपको खुश आमदीद। आज एक बार फिर हम रेवरेंड फादर मुख्तार आलिम के साथ आपकी खिदमत में पेश हुए हैं। रोज़ों का मौसम है और यकीनी तौर पर रेवरेंड फादर मुख्तार आलिम के लिखे हुए गीत हर मौसम के लिए ज़बरदस्त हैं, लेकिन जो गीत उन्होंने यसू के दुखों पर लिखे, माँ मरियम की शान में लिखे, माँ मरियम के दुखों में लिखे, उन्होंने एक ज़बरदस्त पहचान बनाई। गीतों ने अपनी पहचान भी बनाई और फिर यही पहचान फादर मुख्तार आलिम की भी बन गई। आज वो एक बार फिर हमारे साथ मौजूद हैं। मैं उनका तारफ़ क्या करवाऊंगा, वो तो आप ही अपना तारफ़ खुद ही हैं। बस यही कहूँगा, पाकिस्तान में एक बड़ा नाम रेवरेंड फादर मुख्तार आलम। फादर जी, वंस अगेन आपको खुश आमदीद। रोज़िਆਂ ਦਾ मौसम है फादर जी, ਤੁਹਾਡੀ एक कैसेट भी आई बड़ी ज़बरदस्त, ਉਹਦੇ गीत बड़े खूबसूरत कि वो साड़ी कल्चर का एक हिस्सा बन गए ने। मैं सिर्फ एक गीत की मिसाल देंगा, ऐ यरूशलेम दी ओ बेटियों। जिन्नी वारी भी असी 14 मुकाम पढ़ने हैं, उन्नी वारी असी ये गीत गाने हैं। फादर जी, तुहाडी ये कैसेट साडे यसू दे दुखां दी कहानी ਇਹ ਕਦੋਂ ਲਿਖੀ ਤੁਸੀਂ, ਤੇ ਇਹਦਾ ਉਤਾਰ ਤੇ ਇਹਦਾ ਨਜ਼ੂਲ ਕਿਸ ਤਰ੍ਹਾਂ ਹੋਇਆ, ਕੀ ਸੋਚ ਕੇ ਜਾਂ ਕੀ ਮਹਿਸੂਸ ਕਰਕੇ ਤੁਸੀਂ ਇਹ ਯਸੂ ਦੇ ਦੁੱਖਾਂ ਨੂੰ ਲਿਖਿਆ ਕਿ ਲੋਕਾਂ ਦੇ ਦਿਲਾਂ 'ਚ ਨਕਸ਼ ਹੋ ਗਈ ਹੈ? ਇਹ ਅਸਲ ਵਿੱਚ ਉਦੋਂ ਮੈਂ ਸੈਮੀਨਰੀ ਸਟੂਡੈਂਟ ਸਾਂ। ਅੱਛਾ ਜੀ। ਗਲਬਨ 4th ਈਅਰ ਦਾ, ਅਤੇ ਰੋਜ਼ੇ ਆਏ ਅਤੇ ਮੈਂ ਉਦੋਂ ਅਸੀਂ ਇਨਕਲਚਰੇਸ਼ਨ ਔਰ ਨਵੇਂ ਨਵੇਂ ਤਜਰਬੇ ਕਰਦੇ ਸਾਂ ਆਪਣੇ ਇਬਾਦਤੀ ਪ੍ਰੋਗਰਾਮਾਂ ਦਾ, ਮਾਸ ਦੀ ਮੁਖਤਲਿਫ ਤਰੀਕਿਆਂ ਨਾਲ ਅਦਾ ਕਰਨ ਦੇ ਤਰੀਕੇ, ਹੋਰ ਜਿਹੜੀਆਂ ਦੂਸਰੀਆਂ ਸਾਡੀਆਂ ਇਬਾਦਤਾਂ ਹੈ ਨੇ। ਅਤੇ ਚੂੰਕਿ ਰੋਜ਼ਿਆਂ ਦੇ ਦਿਨਾਂ 'ਚ 14 ਮਕਾਮ ਦੀ ਇਬਾਦਤ ਸਾਡੇ ਲਈ ਬੜੀ ਅਹਿਮ ਔਰ ਬੜੀ ਖ਼ਾਸ ਔਰ ਬੜੀ ਮਤਲਬ 14 ਮਕਾਮ ਦਾ ਜ਼ਰੂਰੀ ਹਿੱਸਾ ਹੈ। ਜਿਹੜਾ ਕਦੀ ਗਿਰਜੇ ਨਹੀਂ ਆਉਂਦਾ ਕੈਥਲਿਕ, ਉਹ ਰੋਜ਼ਿਆਂ 'ਚ 14 ਮੁਕਾਮ ਲਈ ਜ਼ਰੂਰ ਆ। 14 ਮਕਾਮ ਦੂਰੋਂ ਦੂਰੋਂ ਲੋਕ ਆ ਜਾਂਦੇ। ਹਾਂਜੀ ਹਾਂਜੀ। ਅਤੇ ਉਹ 14 ਮੁਕਾਮ ਅਸੀਂ ਮੁਖਤਲਿਫ ਤਰੀਕਿਆਂ ਨਾਲ ਕਰਨ ਦੀ ਕੋਸ਼ਿਸ਼ ਕਰੀਦੀ ਸੀ। ਠੀਕ ਹੈ। ਅਤੇ ਉਹਦੇ ਵਿੱਚ ਹਰ ਵਾਰੀ ਕੁਝ ਨਾ ਕੁਝ ਨਵਾਂ ਕਰਨ ਦੀ, ਚੂੰਕਿ ਮੈਨੂੰ ਇੱਕ ਜ਼ਾਤੀ ਲਟਕ, ਇੱਕ ਜ਼ਾਤੀ ਠਰਕ ਇਸ ਕੰਮ ਦਾ ਕਿ ਮੈਂ ਯਸੂ ਦੇ ਦੁੱਖਾਂ ਦੀ ਜਿਹੜੀ ਹੈ ਨਾ ਕਹਾਣੀ, ਉਸ ਨੂੰ ਮੈਂ ਆਪਣੇ ਅੰਦਾਜ਼ 'ਚ ਪੰਜਾਬੀ 'ਚ ਔਰ ਜਿਹੜਾ ਸਾਡਾ ਲੋਕਲ ਰਿਵਾਜ ਹੈ ਉਸ ਤਰ੍ਹਾਂ ਪੇਸ਼ ਕਰਨਾ, ਜਿਸ ਤਰ੍ਹਾਂ ਮਰਸੀਏ ਪੇਸ਼ ਕੀਤੇ ਜਾਂਦੇ। ਠੀਕ ਹੈ। ਉਹ ਫਿਰ ਮੈਂ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ ਔਰ ਉਹ ਹੁੰਦਿਆਂ ਹੁੰਦਿਆਂ ਇੱਕ ਪੂਰਾ ਪ੍ਰੋਗਰਾਮ ਬਣ ਗਿਆ। ਠੀਕ। ਉਹ ਅਸੀਂ ਪਹਿਲੇ ਤਾਂ ਕਰਾਚੀ ਵਿੱਚ ਮੁਖਤਲਿਫ ਪੈਰਿਸ਼ਾਂ ਵਿੱਚ ਜਾ ਕੇ ਬਿਸ਼ਪ ਜਾਨ ਜੋਜ਼ਫ ਤੋਂ ਸਾਡੇ ਲੀਡਰ ਹੁੰਦੇ ਸਨ, ਉਹਨਾਂ ਨੇ ਅਰੇਂਜ ਕਰ ਦੇਣਾ ਅਤੇ ਸਾਨੂੰ ਸੱਦ ਲੈਣਾ। ਫਿਰ ਅਸੀਂ ਜਾ ਕੇ ਮੁਖਤਲਿਫ ਪੈਰਿਸ਼ਾਂ 'ਚ ਉਹ ਗਾ ਕੇ ਬਾਕਾਇਦਾ ਪੂਰਾ ਗਰੁੱਪ ਜਾਂਦੇ ਸਾਂ, ਉਹ ਕਰਕੇ ਆਉਂਦੇ ਹੁੰਦੇ ਸਾਂ। ਇਸ ਪ੍ਰੋਗਰਾਮ ਦੀ ਸਾਡੇ ਯਿਸੂ ਮਸੀਹ ਦੇ ਦੁੱਖਾਂ ਦੀ ਕਹਾਣੀ ਦਾ ਜਿਹੜਾ ਬਿਆਨ ਸੀ, ਉਹਦਾ ਚਰਚਾ ਠੀਕ ਠਾਕ ਹੋਇਆ। ਹੌਲੀ ਹੌਲੀ ਲਾਹੌਰ ਤੱਕ ਪਹੁੰਚ ਗਿਆ। ਲਾਹੌਰ ਉਸ ਵੇਲੇ ਜੌਨ ਬਾਵਨ ਫਾਦਰਸ ਹੁੰਦੇ ਸਨ, ਵੇਵ ਸਟੂਡੀਓ ਦੇ ਡਾਇਰੈਕਟਰ, ਬਾਨੀ ਵੀ ਉਹੀ ਸਨ। ਬਾਨੀ ਵੀ ਹੋਣਾ ਜੀ। ਉਹਨਾਂ ਤੱਕ ਗੱਲ ਪਹੁੰਚੀ ਅਤੇ ਉਹਨਾਂ ਖਾਹਿਜ਼ਾਰ ਕੀਤੀ ਕਿ ਮੈਂ ਇਹਨੂੰ ਰਿਕਾਰਡ ਕਰਾਂਗਾ। ਫਿਰ ਉਦੋਂ ਅਸੀਂ, ਮੈਂ ਅਤੇ ਫਾਦਰ ਅਨਾਇਤ ਬਰਨਾਰਡ ਗਏ ਔਰ ਅਸੀਂ ਉਹ ਗਰਮੀ ਦੀਆਂ ਛੁੱਟੀਆਂ 'ਚ ਰਿਕਾਰਡ ਕਰਾ ਕੇ ਆਏ ਸਾਂ। ਉਹ ਫਿਰ ਥੋੜ੍ਹੀ ਦੇਰ ਬਾਅਦ ਉਹ ਕੈਸਟ ਬਣ ਕੇ ਸਾਡੇ ਕੋਲ ਆ ਗਿਆ ਅਤੇ ਕਾਫੀ ਦੇਰ ਉਹ ਇਹ ਪ੍ਰੋਗਰਾਮ ਚੱਲਦਾ ਰਿਹਾ, ਸਾਡੇ ਯਿਸੂ ਦੇ ਦੁੱਖਾਂ ਦੀ ਕਹਾਣੀ। ਮਤਲਬ ਇਹ ਸੀ ਕਿ 14 ਮਕਾਮ ਬੇਸ਼ੱਕ ਸਾਡੀ ਬਹੁਤ ਭਰਵੀਂ ਡਿਵੋਸ਼ਨ ਹੈ, ਬਹੁਤ ਭਰਵੀਂ ਇਬਾਦਤ ਹੈ, ਲੇਕਿਨ ਉਹ ਨਾ ਇੱਕ ਤਰ੍ਹਾਂ ਦੀ ਇੱਕ ਜਿਸ ਤਰ੍ਹਾਂ ਆਦਤ ਜੀ ਬਣ ਗਈ। ਮਕਾਮ ਪਹਿਲਾ ਅਤੇ ਮਕਾਮ ਦੂਸਰਾ ਅਤੇ ਮਕਾਮ ਚੌਥਾ ਅਤੇ ਮਕਾਮ ਪੰਜਵਾਂ, ਔਰ ਉਹ ਇੰਨਾ ਉਹਦਾ ਅਸਰ
ਰੂਹਾਨੀ ਜਾਂ ਤਬਦੀਲੀ ਜਾਂ ਮਾਹੌਲ ਤੇ ਉਸ ਵੇਲੇ ਨਹੀਂ ਬਣਦਾ ਸੀ। ਬਸ ਉਹ ਗਏ ਤੇ ਜਨਾਬ ਕਦੀ ਘੁਟਣੇ ਹੋ ਲਿਆ, ਕਦੀ ਖਲੋ ਲਿਆ, ਕਦੀ ਨਹੀਂ ਸਜਦਾ ਕਰ ਲਿਆ, ਕਦੀ ਕੁਝ ਪੜ੍ਹ ਲਿਆ, ਕਦੀ ਕੁਝ ਗਾਉ ਲਿਆ ਵਿੱਚ। ਇਸੇ ਤਰ੍ਹਾਂ ਟੁਰਦਿਆਂ ਟੁਰਦਿਆਂ ਯਿਸੂ ਮਰ ਗਿਆ, ਯਿਸੂ ਦਫਨ ਹੋ ਗਿਆ ਤੇ ਚਲੋ ਹੁਣ ਘਰੋਂ ਘਰ ਚਲੀਏ। ਮੈਂ ਇਸ ਨੂੰ ਇੱਕ ਐਸਾ ਅੰਗ, ਇੱਕ ਐਸਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਮਹਿਸੂਸ ਹੋਵੇ ਕਿ ਜਦੋਂ ਕਿਸੇ ਨੂੰ ਕੋੜੇ ਵੱਜਦੇ ਨੇ ਤੇ ਪੀੜ ਖਿੱਚਦੀ ਹੁੰਦੀ। ਬਿਲਕੁਲ। ਜਾਂ ਜਦੋਂ ਕਿਸੇ ਦੀ ਮਾਂ ਸੁਣਦੀ ਹੈ ਕਿ ਅੱਜ ਇੰਝ ਹੋ ਗਿਆ ਤੇ ਉਹਦੇ ਉੱਤੇ ਕਿ ਮਾਂ ਦੇ ਦਿਲ ਤੇ ਕੀ ਗੁਜ਼ਰਦੀ ਹੈ। ਠੀਕ ਹੈ। ਤੇ ਇਹ ਐਕਚੁਅਲੀ ਇਹ ਸਾਰਾ ਉਹ ਇਸ ਹਵਾਲੇ ਨਾਲ ਕਿ ਯਿਸੂ ਸਾਡਾ ਕੁਝ ਲੱਗਦਾ ਹੈ ਔਰ ਉਹਦੇ ਨਾਲ ਜੇ ਇੰਝ ਹੋ ਰਹੀ ਹੈ ਤੇ ਫਿਰ ਸਾਡੇ ਨਾਲ ਕਿਉਂ ਨਹੀਂ ਬੀਤਦੀ, ਸਾਡੇ ਤੇ ਉਹਦਾ ਅਸਰ ਕਿਉਂ ਨਹੀਂ ਹੁੰਦਾ। ਔਰ ਜੇ ਮਰੀਅਮ ਸਾਡੀ ਕੁਝ ਲੱਗਦੀ ਹੈ ਤਾਂ ਫਿਰ ਉਹਦੇ ਦੁੱਖ ਵਿੱਚ ਅਸੀਂ ਸ਼ਰੀਕ ਪੂਰੀ ਤਰ੍ਹਾਂ ਕਿਉਂ ਨਹੀਂ ਹੋ ਸਕਦੇ। ਠੀਕ ਹੈ। ਬੇਸ਼ੱਕ ਸ਼ੁਰੂ ਦੇ ਵਿੱਚ ਇਹ ਕੋਈ ਓਵਰ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਕਸਾ ਬਣਾਓ ਜੀ, ਮੁਰਦਾ ਇੱਥੇ ਰੱਖੋ ਜੀ ਤੇ ਬਹਿ ਕੇ ਬਿਆਨ ਕਰੋ ਜੀ, ਵੇ ਕਰੋ ਜੀ, ਉਹ ਕਰੋ ਜੀ। ਲੇਕਿਨ ਉਹ ਇੱਕ ਕਿਸਮ ਦੀ ਡਰਾਮਾਬਾਜ਼ੀ ਬਣ ਜਾਂਦੀ ਹੈ। ਮੈਂ ਲਫ਼ਜ਼ਾਂ ਨਾਲ ਉਸ ਤਸਵੀਰ ਨੂੰ ਦੁਬਾਰਾ, ਜਿਹੜਾ ਸਲੀਬੀ ਮੰਜ਼ਰ ਇੰਜੀਲਾਂ ਨੇ ਬਿਆਨ ਕੀਤਾ, ਉਸ ਨੂੰ ਦੁਬਾਰਾ ਆਪਣੇ ਪੰਜਾਬੀ ਠੇਠ ਲਹਿਜੇ ਵਿੱਚ ਉਹ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਉਹ ਜਿਹਦੇ ਕੋਲ ਵੀ ਟੈਕਸਟ ਹੈ ਜਾਂ ਜਿਨ੍ਹਾਂ ਵੀ ਉਸ ਜ਼ਮਾਨੇ 'ਚ ਉਹ ਸੁਣਿਆ, ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੀ ਉਹ ਭਰਵੀਂ ਪੰਜਾਬੀ ਔਰ ਠੇਠ ਪੰਜਾਬੀ। ਉਦੋਂ ਅਜੇ ਮਤਲਬ ਮੇਰੇ 'ਤੇ ਇੰਨਾ ਉਰਦੂ ਦਾ ਰੰਗ ਨਹੀਂ ਸੀ ਚੜ੍ਹਿਆ ਜਾਂ ਇਸ ਤਰ੍ਹਾਂ ਦੇ ਜ਼ੁਬਾਨਾਂ ਦੇ ਜਿਹੜੇ ਮੁਖਤਲਿਫ ਮਿਕਸਚਰ ਬਣਦੇ ਜਾ ਰਹੇ ਨੇ ਸਾਡੇ ਅੰਦਰ, ਉਹ ਨਹੀਂ ਸਨ। ਅਜੇ ਮੈਂ ਨਵਾਂ ਪਿੰਡੋਂ ਆਇਆ ਸਾਂ ਤੇ ਮੈਂ ਚੰਗਾ ਭਲਾ ਜ਼ਿੱਦੀ ਪੰਜਾਬੀ ਸਾਂ ਕਿ ਮੈਂ ਹਰ ਚੀਜ਼ ਨੂੰ ਪੰਜਾਬੀ ਕਰਕੇ ਪੇਸ਼ ਕਰਨਾ ਚਾਹੁੰਦਾ ਸਾਂ। ਤੇ ਉਹ ਫਿਰ ਉਹ ਦੋਹੜੇ ਲਿਖੇ, ਫਿਰ ਉਹ ਗੀਤ ਲਿਖੇ, ਫਿਰ ਉਹ ਕਹਾਣੀ ਪੰਜਾਬੀ ਨਸਰ ਵਿੱਚ ਲਿਖੀ ਜਿਹੜੀ ਟੁਕੜਿਆਂ ਵਿੱਚ ਪੜ੍ਹੀ ਜਾਂਦੀ ਹੈ। ਫਿਰ 'ਚ ਦੋਹੜਾ ਆਉਂਦਾ, ਫਿਰ ਗੀਤ ਆਉਂਦਾ, ਫਿਰ ਦੋਹੜਾ ਆਉਂਦਾ, ਫਿਰ ਵਿੱਚ ਹੋਰ ਪੈਰੇ ਪੜ੍ਹੇ ਜਾਂਦੇ ਨੇ। ਉਹ ਕਹਾਣੀ ਵੀ ਚੱਲਦੀ ਰਹਿੰਦੀ ਹੈ ਔਰ ਉਸ ਕਹਾਣੀ ਨੂੰ ਦੋਹੜਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਡੀਪ, ਜ਼ਿਆਦਾ ਤੋਂ ਜ਼ਿਆਦਾ ਅਸਰੰਗੇਜ਼ ਬਣਾਉਣ ਵਾਸਤੇ ਬੜਾ ਅੱਛਾ ਉਹ ਟੋੜੀ ਰਾਗ ਦੇ ਵਿੱਚ ਉਹਦਾ ਰਚਾਓ ਸੀ ਔਰ ਬੜਾ ਖੂਬਸੂਰਤ ਸੀ ਉਹ। ਫਾਦਰ ਜੀ, ਤੁਹਾਡੇ ਬਹੁਤ ਸਾਰੇ ਦੋਹੜਿਆਂ ਦਾ ਚਰਚਾ ਵੀ ਆਮ ਰਿਹਾ ਹੈ ਅਤੇ ਅੱਜ ਵੀ ਹੈ। ਖਾਸ ਕਰ ਤੁਹਾਡਾ ਉਹ ਇੱਕ ਦੋਹੜਾ, ਮੇਰੇ ਬਦਨ ਦੀ ਕਲਮ ਬਣਾ ਮੌਲਾ, ਹਾਂ, ਤੇਰਾ ਨਾਮ ਹਵਾਵਾਂ 'ਤੇ ਲਿਖਿਆ। ਹਾਂ, ਉਹ ਤੇ ਹਾਂਜੀ ਬੜਾ ਪੁਰਾਣਾ। ਉਹ ਇਸ ਨਾਤੇ ਨਾਲ ਲਿਖਿਆ ਜਾਂ ਇਹਦੇ ਤੋਂ ਹਟ ਕੇ? ਨਹੀਂ, ਉਹ ਅਸਲ ਵਿੱਚ ਕਿ ਮੈਨੂੰ ਸੈਮੀਨਰੀ ਦੇ ਜ਼ਮਾਨੇ ਵਿੱਚ ਹੀ ਕਾਫੀ ਲੋਕ ਬੁਲਾਉਣ ਲੱਗ ਪਏ ਸਨ। ਠੀਕ ਹੈ। ਲੈਕਚਰਾਂ ਵਾਸਤੇ, ਖਾਸ ਤੌਰ ਕਰਾਚੀ ਦੇ ਪੈਰਿਸ਼ਿਸ ਦੇ ਵਿੱਚ ਤੇ ਮੇਰਾ ਕਾਫੀ ਚਰਚਾ ਸੀ। ਠੀਕ ਹੈ। ਤੇ ਉਹ ਮੈਂ ਇਹ ਮਤਲਬ ਲੈਕਚਰ ਸ਼ੁਰੂ ਕਰਨ ਲਈ ਮੈਨੂੰ ਕੁਝ ਚਾਹੀਦਾ ਸੀ, ਇੱਕ ਸਟਾਰਟ ਅੱਛਾ ਨਾ। ਠੀਕ ਹੈ। ਤੇ ਉਹ ਮੈਂ ਉਦੋਂ ਹੀ ਇਹ ਤਿਆਰ ਕੀਤਾ ਸੀ ਸੈਮੀਨਰੀ ਵਿੱਚ ਹੀ, ਮੇਰੇ ਬਦਨ ਦੀ ਕਲਮ ਬਣਾ ਬਣਾ। ਔਰ ਉਹ ਆਪਣੇ ਲੈਕਚਰਾਂ ਵਾਸਤੇ ਇੱਕ ਕਿਸਮ ਦਾ ਇਬਤਦਾਈਆ ਬਣਾਇਆ ਸੀ, ਇਹਦੇ ਨਾਲ ਉਹਦਾ ਕੋਈ ਨਹੀਂ ਸੀ ਜੋੜ। ਖ਼ਵਾਤੀਨ ਹਜ਼ਰਾਤ, ਸਿਰਫ ਆਪਣੀ ਯਾਦ ਤਾਜ਼ਾ ਕਰਨ ਲਈ ਅਸੀਂ ਫਾਦਰ ਜੀ ਨੂੰ ਦਰਖਾਸਤ ਕਰ ਰਹੇ ਹਾਂ ਕਿ ਉਹ ਇੱਕ ਵਾਰ ਫਿਰ ਸਾਡੇ ਵਾਸਤੇ ਗਾਣ, ਮੇਰੇ ਬਦਨ ਦੀ ਕਲਮ ਬਣਾ ਮੌਲਾ, ਤੇਰਾ ਨਾਮ ਹਵਾਵਾਂ 'ਤੇ ਲਿਖ ਜਾਵਾਂ। ਮੇਰੇ ਬਦਨ ਦੀ ਕਲਮ ਬਣਾ ਮੌਲਾ, ਤੇਰਾ ਨਾਮ ਹਵਾਵਾਂ 'ਤੇ ਲਿਖ ਜਾਵਾਂ। ਮੇਰੇ ਖੂਨ ਦੀ ਲਾਲ ਸਿਆਹੀ ਹੋਵੇ ਤੇ ਮੈਂ ਲਿਖਦਿਆਂ ਸੁੱਕ ਜਾਵਾਂ। ਬਣ ਜਾਵਾਂ ਖੁਰਾਕ ਮੈਂ ਭੁੱਖਿਆਂ ਦੀ, ਤਨ ਬਦਨ ਖਰਚਦਿਆਂ ਮੁੱਕ ਜਾਵਾਂ। ਮੈਨੂੰ ਪਿਆਰ ਦੇ ਜ਼ਖਮ ਲਗਾ ਸ਼ਾਫੀ, ਜ਼ਖਮਾਂ ਤੇਰਿਆਂ ਦੇ ਵਿੱਚ ਲੁਕ ਜਾਵਾਂ। ਤੇਰੀ ਇਸ ਜ਼ਮੀਨ ਦੀ ਖੈਰ ਹੋਵੇ,
ਤੇਰੇ ਪਿਆਰਿਆਂ ਦੀ ਸਦਾ ਖੈਰ ਹੋਵੇ, ਆਪੀ ਰਹਿਮ ਦੀ ਆਣ ਕੇ ਤਾਣ ਚਾਦਰ, ਜਦੋਂ ਜ਼ੁਲਮ ਦੀ ਸ਼ਿਕਲ ਦੁਪਹਿਰ ਹੋਵੇ, ਆਪਿਆਣ ਮਿਟਾ ਸਭ ਦੂਰੀਆਂ ਨੂੰ, ਇੱਥੇ ਅਮਨ ਦਾ ਵਸਦਾ ਸ਼ਹਿਰ ਹੋਵੇ, ਤੇਰੇ ਨਾਂ ਤੇ ਹਰ ਦਿਲ ਮੋਮ ਹੋਵੇ, ਇਹੋ ਜਿਹੀ ਕਲਾਮ ਦੀ ਲਹਿਰ ਹੋਵੇ। ਅੱਛਾ ਫਾਦਰ ਜੀ, ਇਹ ਜਿਹੜੀ ਕੈਸਟ ਜਦੋਂ ਆਈ ਹੈ ਨਾ ਇਹ ਵਾਲੀ, ਉਦੋਂ ਤੇ ਕੈਸਟ ਦਾ ਦੌਰ ਸੀ, ਤੇ ਸਾਡੇ ਯਿਸੂ ਦੇ ਦੁੱਖਾਂ ਦੀ ਕਹਾਣੀ, ਇੱਕ ਗੀਤ ਨੇ, ਚੂँकि ਉਹ ਸਾਡੇ 14 ਮਕਾਮ ਦਾ ਇੱਕ ਮਕਾਮ ਵੀ ਹੈ ਕਿ ਯਿਸੂ रोने वाली औरतों को तसल्ली देता है, ਉਹਦੇ ਤੇ ਮਬਨੀ ਤੁਹਾਡਾ ਗੀਤ ਸੀ ਐ ਯਰੂਸ਼ਲਮ ਦੀਆਂ ਬੇਟੀਓ। ਥੋੜ੍ਹਾ ਜਿਹਾ ਤੁਸੀਂ ਬੇਸ਼ੱਕ ਇਜ਼ਹਾਰ ਕੀਤਾ ਹੈ ਕਿ ਹੁਣ ਉਂਝ ਤੇ ਨਹੀਂ ਗਾਇਆ ਜਾਂਦਾ, ਅਸੀਂ ਤਵੱਕੋ ਕਰਨੇ ਹਾਂ ਕਿ ਆਵਾਜ਼ ਤੇ ਉੱਤੇ ਥੱਲੇ ਹੋ ਸਕਦੀ ਹੈ, ਪਰ ਜਜ਼ਬਾ ਉਹੀ ਹੈ। ਜ਼ਰਾ ਥੋੜ੍ਹਾ ਜਿਹਾ ਗੁਨਗੁਨਾ ਕੇ ਸਾਡੇ ਸਾਮਈਨ ਦੇ ਵਾਸਤੇ ਉਹਨਾਂ ਨੂੰ ਇੱਕ ਵਾਰ ਯਾਦ ਆ ਜਾਏ। ਹੈ ਯਰੂਸ਼ਲਮ ਦਿਓ ਬੇਟਿਓ, ਤੁਸੀਂ ਆਪਣੇ ਆਪ ਤੇ ਵੈਣ ਕਰੋ, ਤੁਸੀਂ ਆਪਣੇ ਆਪ ਤੇ ਵੈਣ ਕਰੋ, ਗੁਨਾਹਗਾਰਾਂ ਨੂੰ ਜੰਮਣ ਵਾਲਿਓ, ਔਲਾਦ ਆਪਣੀ ਤੇ ਵੈਣ ਕਰੋ, ਐ ਯਰੂਸ਼ਲਮ ਦਿਓ ਬੇਟਿਓ। ਉਹ ਦਿਨ ਵੀ ਇੱਥੇ ਆਵਣਗੇ, ਉਹ ਦਿਨ ਵੀ ਇੱਥੇ ਆਵਣਗੇ, ਤੁਸਾਂ ਹੇਠ ਪਹਾੜਾਂ ਲੁਕਣਾ ਏ, ਤੁਸਾਂ ਹੇਠ ਪਹਾੜਾਂ ਲੁਕਣਾ ਏ, ਸਾਨੂੰ ਆਪਣੇ ਹੇਠ ਛੁਪਾ ਛੋੜੋ, ਤੁਸਾਂ ਟਿੱਬਿਆਂ ਕੋਲੋਂ ਪੁੱਛਣਾ ਏ, ਅਸਾਂ ਜ਼ੁਲਮ ਤੇ ਪਾਪ ਕਮਾਏ ਨੇ, ਅਸਾਂ ਨਾਲ ਨਾ ਕੋਈ ਰਹਿਮ ਕਰੋ, ਐ ਯਰੂਸ਼ਲਮ ਦਿਓ ਬੇਟਿਓ, ਤੁਸੀਂ ਆਪਣੇ ਆਪ ਤੇ ਵੈਣ ਕਰੋ, ਤੁਸੀਂ ਆਪਣੇ ਆਪ ਤੇ ਵੈਣ ਕਰੋ, ਗੁਨਾਹਗਾਰਾਂ ਨੂੰ ਜੰਮਣ ਵਾਲਿਓ, ਔਲਾਦ ਆਪਣੀ ਤੇ ਵੈਣ ਕਰੋ, ਐ ਯਰੂਸ਼ਲਮ ਦਿਓ ਬੇਟਿਓ। ਮਾਸ਼ਾਅੱਲਾ ਫਾਦਰ ਜੀ, ਤੁਸੀਂ ਕਹਿ ਰਹੇ ਹੋ ਕਿ ਜਨਾਬ ਅੱਜ ਕੱਲ੍ਹ ਆਵਾਜ਼ ਥੋੜ੍ਹੀ ਲਰਜ਼ਸ਼ ਹੈ, ਲੇਕਿਨ ਸਕੇਲ ਉੱਥੇ ਹੀ ਪਹੁੰਚਣ ਡਿਆ ਹੈ। ਸਾਡੇ ਵਾਸਤੇ ਇਹ ਖੁਸ਼ੀ ਤੇ ਫਖਰ ਦੀ ਗੱਲ ਹੈ। ਮੈਂ ਸਮਝਦਾ ਕਿ ਮੈਂ ਬੜਾ ਲਾਪਰਵਾਹ ਆਦਮੀ ਹਾਂ ਆਪਣੇ ਗਲੇ ਦੇ ਸਿਲਸਿਲੇ 'ਚ। ਅਗਰ ਮੈਂ ਗਾਇਕੀ 'ਤੇ ਮਿਹਨਤ ਕਰਦਾ ਨਾ, ਜਿੰਨੀ ਮੈਂ ਸ਼ਾਇਰੀ ਆਪਣੀ 'ਤੇ ਮਿਹਨਤ ਕੀਤੀ ਹੈ, ਸ਼ਾਇਦ ਮੇਰੀ ਪਹਿਚਾਣ ਕੁਝ ਹੋਰ ਹੁੰਦੀ, ਫਰਕ ਹੁੰਦੀ। ਹਾਂਜੀ। ਅੱਛਾ ਫਾਦਰ ਜੀ, ਅਸੀਂ ਸਾਰੀ ਕਲੀਸਿਆ ਵੱਲੋਂ ਨਾ ਇਸ ਗੀਤ ਦੀ ਤੁਹਾਡਾ ਸ਼ੁਕਰੀਆ ਅਦਾ ਕਰਨੇ ਹਾਂ। ਮੈਂ ਢੇਰ ਸਾਰੇ ਪੈਰਿਸ਼ਸ ਦੇ ਵਿੱਚ ਕੰਮ ਕੀਤਾ, ਮੈਨੂੰ ਵੀ 36 ਸਾਲ ਹੋ ਗਏ ਨੇ। ਹਾਏ ਹਾਏ। ਹਾਂਜੀ।
ਰੂਬੀ ਨੂੰ ਪੜਨ ਤੇ ਰੂਬੀ ਜੁਬਲੀ ਨੂੰ ਅਸੀਂ ਵੀ ਪਹੁੰਚਣ ਵਾਲੇ ਹਾਂ। ਜਿਹੜੇ ਵੀ ਪਾਰਿਸ਼ 'ਚ ਗਏ ਆ ਨਾ, ਉੱਥੇ 14 ਮਕਾਮ ਦੇ ਵਿੱਚ ਨਾ ਇਹ ਗੀਤ ਜਿਹੜਾ ਨਾ यरूशलेम की औरतों से बात करता है। ਜਦੋਂ ਆਉਂਦਾ ਨਾ, ਯਿਸੂ रोने वाली औरतों से हाँ जी बात करता है, तसल्ली देता है। ਉਦੋਂ ਹੀ ਇਹ ਗੀਤ ਜਿਹੜਾ ਨਾ ਉਹ ਗਾਇਆ ਜਾਂਦਾ। ਤੇ ਸੱਚੀ ਗੱਲ ਹੈ, ਬੇਸ਼ੱਕ ਲਫ਼ਜ਼ ਪੜ੍ਹੇ ਵੀ ਜਾਂਦੇ ਨੇ, ਲੇਕਿਨ ਜਦੋਂ ਗਾਏ ਜਾਂਦੇ ਨੇ ਨਾ ਤੇ ਫਿਰ ਇਹਦਾ ਜ਼ਬਰਦਸਤ ਸਮਾਂ ਹੁੰਦਾ ਕਿ ਵੱਡੇ ਵੀ, ਛੋਟੇ ਵੀ, ਮਰਦ, ਔਰਤਾਂ, ਈਵਨ ਛੋਟੇ ਛੋਟੇ ਬੱਚੇ ਵੀ ਨਾ, ਤੇ ਲੱਗਦਾ ਜਿਵੇਂ ਨਾ ਸਾਰੇ ਡੁੱਬੇ ਨੇ ਇਹਦੇ ਵਿੱਚ। ਹਾਂਜੀ, ਇੱਕ ਤੇ ਇਹਦੇ ਲਫ਼ਜ਼ ਬੜੇ ਸੋਹਣੇ ਲਿਖੇ ਨੇ ਤੁਸੀਂ, ਉਤੋਂ ਤਰਜ਼ ਵੀ ਬਹੁਤ ਖੂਬਸੂਰਤ ਬਣਾਈ ਗਈ ਹੈ। ਇਹਦੀ ਤਰਜ਼ ਤੁਸੀਂ ਬਣਾਈ ਹੈ ਜਾਂ ਕਿਸੇ ਹੋਰ ਨੇ ਬਣਾਈ? ਨਹੀਂ, ਮੈਂ ਉਹ ਜੇਮਸ ਹੁੰਦਾ ਸੀ ਮਰੀਆ। ਅੱਛਾ, ਇਹ ਵੀ ਉਹਨਾਂ ਨੇ ਬਣਾਈ? ਹਾਂਜੀ, ਸਾਰਾ ਮਰਸੀਆ ਮੈਂ ਤੇ ਉਹਨੇ ਰਲ ਕੇ ਬਣਾਇਆ ਨਾ। ਠੀਕ ਹੈ। ਤੇ ਬਾਅਦ 'ਚ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਦੋਂ ਰਿਕਾਰਡਿੰਗ ਕਰਨ ਦਾ ਮੌਕਾ ਆਇਆ ਤੇ ਅਸੀਂ ਇਹਨੂੰ ਪਬਲਿਕ ਕੀਤਾ, ਉਦੋਂ ਫਾਦਰ ਜ਼ਫਰ ਸਾਹਿਬ ਨੇ ਵੀ ਕੋਈ ਥੋੜ੍ਹੀ ਬਹੁਤ ਮਦਦ ਕੀਤੀ। ਖੁਦਾ ਉਹਨਾਂ ਦਾ ਭਲਾ ਕਰੇ। ਫਾਦਰ ਜੀ, ਸਾਡੇ ਯਿਸੂ ਦੇ ਦੁੱਖਾਂ ਦੀ ਕਹਾਣੀ ਜਿਹੜੀ ਹੈ, ਵਿੱਚ ਤੁਸੀਂ ਬੋਲਿਆ ਵੀ ਹੈ ਜੀ, ਬਿਆਨ ਦਿੱਤਾ ਹੈ, ਨਰੇਸ਼ਨ ਕੀਤੀ ਹੈ। ਨਰੇਸ਼ਨ ਦੇ ਵਿੱਚ ਜਾਂ ਉਸਦੇ ਬਿਆਨ ਕਰਨ ਦੇ ਵਿੱਚ ਆਇਆ ਇਹ ਹੂ ਬਹੂ ਉਹ ਅੰਜੀਲੀ ਕਹਾਣੀ ਨੂੰ, ਯਿਸੂ ਦੇ ਦੁੱਖਾਂ ਨੂੰ ਬਿਆਨ ਕੀਤੀ ਹੈ ਜਾਂ ਤੁਸੀਂ ਖੁਦ ਲਿਖੀ ਹੈ ਆਪਣੇ ਲਫ਼ਜ਼ਾਂ 'ਚ? ਮੈਂ ਆਪਣੇ ਲਫ਼ਜ਼ਾਂ 'ਚ ਲਿਖੀ ਹੈ ਔਰ ਪੰਜਾਬੀ ਵਿੱਚ ਲਿਖੀ ਹੈ, ਔਰ ਉਹਨਾਂ ਲਫ਼ਜ਼ਾਂ ਨੂੰ ਪੰਜਾਬੀ ਜ਼ੁਬਾਨ ਦਿੱਤੀ। ਮਸਲਨ ਮਾਂ ਦਾ ਜਿਹੜਾ ਸਾਡੇ ਜਿਸ ਤਰ੍ਹਾਂ ਦੇ ਉਹਦੇ ਜਜ਼ਬਾਤ ਹੁੰਦੇ ਨੇ, ਜਾਂ ਜਿਸ ਤਰ੍ਹਾਂ ਉਹ ਮਹਿਸੂਸ ਕਰ ਸਕਦੀ ਹੈ, ਜਿਸ ਤਰ੍ਹਾਂ ਉਹ ਹਾੜੇ ਪਾ ਸਕਦੀ ਹੈ, ਬੜੇ ਨੱਪੇ ਤੁਲੇ ਤਰੀਕੇ ਨਾਲ। ਔਰ ਫਿਰ ਮੈਂ ਚਾਰੇ ਅੰਜੀਲਾਂ ਨੂੰ ਜੋ ਕੁਝ ਬਿਆਨ ਕੀਤਾ ਗਿਆ ਹੈ ਉਸ ਦੁੱਖਾਂ ਦੀ ਕਹਾਣੀ ਦਾ, ਜਿਹੜਾ ਪੈਸ਼ਨ ਨੈਰੇਟਿਵ ਜਿਹਨੂੰ ਆਖਦੇ ਆ, ਹਾਂਜੀ, ਉਹਦਾ ਕੋਈ ਨੁਕਤਾ ਛੱਡਿਆ ਨਹੀਂ। ਠੀਕ ਹੈ। ਮਤਲਬ ਕੁੱਕੜ ਬੋਲ ਪਏ, ਉੱਧਰੋਂ ਕੁੱਕੜ ਵੀ ਬੋਲ ਪਏ ਨੇ, ਪਤਰਸ ਦਾ ਇਨਕਾਰ, ਯਹੂਦਾ ਦੀ ਬੇਈਮਾਨੀ, ਅਤੇ ਇਸੇ ਤਰ੍ਹਾਂ ਸਲੀਬ ਦੇ ਜਿਹੜੇ ਕਲਮਾਤ, ਔਰ ਆਖਰ ਤੱਕ ਜਾ ਕੇ ਉਹਨੂੰ ਪੂਰਾ। ਲੇਕਿਨ ਉਹਦਾ ਉਹਦੀ ਜਿਹੜਾ ਟੱਚ ਹੈ ਜਾਂ ਉਹਦਾ ਜਿਹੜਾ ਸਾਊਂਡ ਹੈ ਉਹ ਪੱਕਾ ਪੰਜਾਬੀ ਹੈ। ਜਿਸ ਤਰ੍ਹਾਂ ਪੰਜਾਬ ਦੇ ਕਿਸੇ ਪਿੰਡ 'ਚ ਇਹ ਵਾਕਿਆ ਹੋ ਰਿਹਾ ਹੈ, ਔਰ ਪੰਜਾਬ ਦਾ ਪਿੰਡ ਵੇਖ ਰਿਹਾ ਹੈ ਕਿ ਕਿਸੇ ਗੱਭਰੂ ਨਾਲ ਇਹ ਦੁਰਘਟਨਾ, ਇਹ ਜ਼ੁਲਮ ਹੋ ਰਿਹਾ ਹੈ। ਹਰ ਸਾਲ ਅਸੀਂ ਇਹ ਯਿਸੂ ਦੇ ਦੁੱਖਾਂ ਦੀ ਕਹਾਣੀ ਨੂੰ ਪੜ੍ਹਨੇ ਹਾਂ, ਸੁਣਨੇ ਹਾਂ, ਅਸੀਂ ਕਾਹਨ ਇਹਦੇ 'ਤੇ ਪੈਗਾਮ ਵੀ ਦਿੰਦੇ ਹਾਂ, ਲੋਕਾਂ ਨੂੰ ਵੀ ਸੁਣਾਉਂਦੇ ਹਾਂ। ਇਹਦਾ ਇੰਪੈਕਟ, ਹਾਂਜੀ, ਇਹਦਾ ਅਸਰ ਜਿਹੜੇ ਤਰੀਕੇ ਨਾਲ ਅਸੀਂ ਸੁਣਾਉਂਦੇ ਹਾਂ ਜਾਂ ਜਿਹੜੇ ਤਰੀਕੇ ਨਾਲ ਤੁਸੀਂ ਸੁਣਾਇਆ, ਹਾਂਜੀ, ਦੋਨਾਂ ਤਰੀਕਿਆਂ ਦੇ ਅਸਰ ਦੇ ਉੱਤੇ ਕੁਝ ਚੰਦ ਲਫ਼ਜ਼ ਬੋਲੋਗੇ? ਅਸਰ ਮੈਂ ਕਹਿੰਦਾ ਹਰ ਕੋਈ ਆਪਣੀ ਆਪਣੀ ਜਗ੍ਹਾ 'ਤੇ ਬਹੁਤ ਅੱਛਾ ਬੋਲਦਾ ਅਤੇ ਬਹੁਤ ਅੱਛਾ ਕਰਦਾ ਹੈ, ਔਰ ਹਰ ਕੋਈ ਇੱਕ ਦੂਸਰੇ ਤੋਂ ਫ਼ਰਕ ਹੈ। ਮੈਂ ਵੀ ਇੱਕ ਫ਼ਰਕ ਹਾਂ। ਜੀ, ਹਾਂਜੀ। ਮਸਲਨ ਜਦੋਂ ਯਿਸੂ ਦੀ ਮਾਂ ਮਿਲਦੀ ਹੈ, ਹਾਂਜੀ, ਸਲੀਬ ਉਠਾਈ ਉਹਨਾਂ, ਅਤੇ ਉੱਥੇ ਮੈਂ ਬੋਲਿਆ ਹੈ, ਮਾਵਾਂ ਹੀ ਹੁੰਦੀਆਂ ਨੇ। ਮਾਂ ਭਾਵੇਂ ਕਿਸੇ ਸਖੀ ਦੀ ਹੋਵੇ ਅਤੇ ਭਾਵੇਂ ਲੁਟੇਰੇ ਦੀ, ਮੇਰੇ ਜਿਹੇ ਗੁਨਾਹਗਾਰ ਦੀ ਹੋਵੇ ਜਾਂ ਬੇਗੁਨਾਹ ਯਿਸੂ ਦੀ। ਵਾਹ ਵਾਹ। ਇਹ ਰੇਸ਼ਮ ਦੇ ਦਿਲਾਂ ਵਾਲੀਆਂ ਬੜੀਆਂ ਹੀ ਨਰਮ ਹੁੰਦੀਆਂ ਨੇ। ਮਾਂ ਪੁੱਤਰ ਨੂੰ ਮਿਲੀ ਹੈ, ਬੜਾ ਕੁਝ ਕਹਿਣਾ ਚਾਹੁੰਦੀ ਹੈ, ਪਰ ਹੋਂਠ ਹੀ ਸੀਪ ਗਏ ਨੇ। ਕਲੇਜਾ ਫੜ ਕੇ ਬਹਿ ਗਈ ਅਤੇ ਪੁੱਤਰ ਅਗਾਂਹ ਟੁਰ ਗਿਆ। ਉੱਥੇ ਥੋੜ੍ਹਾ ਜਿਹਾ ਬਾਂਸਰੀ ਦਾ ਪੀਸ ਆਇਆ, ਵਾਇਲਨ ਦਾ, ਅਤੇ ਉੱਥੇ ਫਿਰ ਬੋਲਿਆ, ਤਤੜੀ ਮਾਂ ਦਿਆ ਦੁਖੀ ਪੁੱਤਰਾ, ਇਹ ਕੀ ਸ਼ਾਮਤ ਪਾ ਲਈਆ, ਦੁਨੀਆ ਨੂੰ ਸੁੱਖ ਵੰਡਣ ਵਾਲਿਆ, ਹਾਲਤ ਕਿਹੜੀ ਬਣਾ ਲਈਆ। ਲੱਗ ਲੱਗ ਠੇਡੇ ਰੋੜੇ ਪੱਥਰ, ਪੈਰੀ ਛਾਲੇ ਪੈ ਗਏ ਨਹੀਂ। ਲੱਗ ਲੱਗ ਪੱਥਰ, ਲੱਗ ਲੱਗ ਠੇਡੇ ਰੋੜੇ ਪੱਥਰ, ਪੈਰੀ ਛਾਲੇ ਪੈ ਗਏ ਨਹੀਂ।
ਵੇ ਅੱਜ ਬੇਤਰਸ ਜਲਾਦਾਂ ਦੀ ਇਹ ਕਿਹੜੀ ਜੰਝ ਚੜਾ ਲਈ ਆ। ਵੇ ਕਿਹੜੀ ਦੁਖੀ ਵਿਆਹਣ ਚੱਲਿਓ ਕੰਡਿਆਂ ਸੇਰੇ ਵਾਲੜਿਆ। ਕਿਹੜੀ ਦੁਖੀ ਵਿਆਹਣ ਚੱਲਿਓ ਵੇ ਕੰਡਿਆਂ ਸੇਰੇ ਵਾਲੜਿਆ। ਅੱਜ ਬੇਤਰਸ ਜਲਾਦਾਂ ਦੀ ਜੰਗਲ ਭੇਡਾਂ ਲੈਣ ਗਿਓ ਬਘਿਆੜਾਂ ਅੰਨੀ ਚਾ ਲਈ ਆ। ਕਿ ਜਿਸ ਤਰ੍ਹਾਂ ਕੋਈ ਨੌਜਵਾਨ ਭੇਡਾਂ ਜੰਗਲ 'ਚ ਲੈਣ ਜਾਂਦਾ ਤੇ ਉੱਥੇ ਬਘਿਆੜਾਂ 'ਚ ਫਸ ਜਾਂਦਾ ਹੈ। ਮਤਲਬ ਇੱਕ ਤਸ਼ਬੀਹ ਮੇਰੀ ਆਪਣੀ ਘੜੀ ਹੈ, ਇੰਜੀਲ ਵਿੱਚ ਤੇ ਇਹ ਗੱਲ ਨਹੀਂ ਆਈ ਕਿਤੇ ਵੀ। ਜੀ ਬਿਲਕੁਲ। ਉਹ ਇਹ ਇੱਕ ਨਮੂਨਾ ਹੈ, ਇੱਕ ਸੈਂਪਲ ਹੈ, ਗੱਲ ਉਹ ਹੀ ਹੈ। ਲੇਕਿਨ ਗੱਲ ਦਾ ਤਰੀਕਾ, ਗੱਲ ਕਰਨ ਦਾ ਡਿਕਸ਼ਨ, ਗੱਲ ਕਰਨ ਦੀ ਵੋਕੈਬੂਲਰੀ, ਗੱਲ ਕਰਨ ਦਾ ਅੰਦਾਜ਼, ਮੰਜ਼ਰ ਨਗਾਰੀ ਹੈ ਜੀ, ਮੰਜ਼ਰ ਨਗਾਰੀ। ਹਾਂ, ਉਹ ਮਤਲਬ ਮੈਂ ਕੋਸ਼ਿਸ਼ ਕੀਤੀ ਹੈ ਕਿ ਬੈਠੇ ਹੋਏ ਲੋਕਾਂ ਦੀਆਂ ਹੱਡੀਆਂ ਤੱਕ ਸੇ ਕੱਪੜੇ ਕਿ ਕੁਝ ਹੋ ਰਿਹਾ ਹੈ। ਅੱਛਾ ਫਾਦਰ ਸਾਹਿਬ, ਜਦੋਂ ਤੁਸੀਂ ਇਹ ਯਿਸੂ ਦੇ ਦੁੱਖਾਂ ਦੀ ਮੰਜ਼ਰ ਨਗਾਰੀ ਕੀਤੀ, ਤੁਸੀਂ ਇਹ ਲਿਖੇ, ਹਾਂ, ਤੇ ਅੱਜ ਇੰਨਿਆਂ ਸਾਲਾਂ ਦੇ ਬਾਅਦ ਜਦੋਂ ਇਹਨੂੰ ਪੜ੍ਹਦੇ ਹੋ ਜਾਂ ਇਹਨੂੰ ਬਿਆਨ ਕਰਦੇ ਹੋ, ਉਦੋਂ ਦੇ ਮੁਖਤਾਰ 'ਚ ਤੇ ਅੱਜ ਦੇ ਮੁਖਤਾਰ 'ਚ ਕੀ ਫਰਕ ਹੈ? ਫਾਦਰ ਜੀ, ਉਦੋਂ ਦੇ ਤੇ ਅੱਜ ਦੇ ਮੁਖਤਾਰ 'ਚ ਫਰਕ ਹੈ ਕਿ ਮੈਂ ਉਦੋਂ ਵੀ ਯਿਸੂ ਦੀ ਮਾਂ ਨੂੰ ਆਪਣੀ ਮਾਂ ਸਮਝਦਾ ਸੀ ਤੇ ਅੱਜ ਵੀ ਮੈਂ ਆਪਣੀ ਮਾਂ ਨੂੰ ਯਿਸੂ ਦੀ ਮਾਂ ਸਮਝਦਾ। ਜਦੋਂ ਮੈਂ ਮਰੀਅਮ ਦਾ ਜ਼ਿਕਰ ਕਰਨਾ ਇਸ ਹਵਾਲੇ ਨਾਲ, ਸਲੀਬੀ ਮੌਤ ਦੇ ਹਵਾਲੇ ਨਾਲ, ਬਲਕਿ ਯਿਸੂ ਦੀ ਤੇ ਸਾਰੀ ਜ਼ਿੰਦਗੀ ਸਲੀਬੀ ਜ਼ਿੰਦਗੀ ਹੈ। ਇੱਕ ਕਦਮ ਜਿਵੇਂ ਆਰੀ ਦੇ ਦੰਦੇ ਤੇ ਗੁਜ਼ਰਿਆ है। आपने कितने भी आसमान के परिंदों के लिए घोंसले, जंगल की लोमड़ियों के लिए घोरने, और हमारे लिए सर रखने की जगह नहीं। यानी जिस शख्स ने अपनी ज़िंदगी, अपनी खुदाई छड़ के ते अपने आप ਨੂੰ ਇੰਨਾ ਹਕੀਰ ਬਣਾ ਲਿਆ, ਉਸ ਬੰਦੇ ਦੀ ਤੁਸੀਂ ਅੰਦਾਜ਼ਾ ਕਰੋ ਕਿ ਜ਼ਿੰਦਗੀ ਕੈਸੀ ਹੈ। ਔਰ ਉਹਦੀ ਮਾਂ ਘਾਟਿਆਂ ਜੋਗੀਆਂ, ਮਾਵਾਂ ਘਾਟਿਆਂ ਜੋਗੀਆਂ ਹੁੰਦੀਆਂ ਨੇ, ਲੇਕਿਨ ਇਸ ਮਾਂ ਨੇ ਜਿਹੜੇ ਘਾਟੇ ਔਰ ਜਿਸ ਤਰ੍ਹਾਂ ਖਾਦੇ ਨੇ, ਤੋਬਾ ਤੋਬਾ, ਮਤਲਬ ਕੋਈ ਕਰਕੇ ਤੇ ਵਿਖਾਏ। ਇਸੇ ਵਾਸਤੇ ਤੇ ਉਹਨਾਂ ਦਾ ਕੱਦ ਜਿਬਰਾਈਲ ਨੇ ਆਖਿਆ ਕਿ ਤੇਰਾ ਸਾਰੀਆਂ ਔਰਤਾਂ ਨਾਲੋਂ ਉਚੇਰਾ ਹੈ। ਬਿਲਕੁਲ ਹੈ ਜੀ। ਅਤੇ ਉਹ ਮਾਂ ਉਦੋਂ ਵੀ ਮੇਰੀ ਮਾਂ ਸੀ। ਮੇਰਾ ਇੱਕ ਸ਼ੇਰ ਸੀ ਕਿ ਨਾਸਰੀ ਤੇਰੀ ਹੈ ਜਾਂ ਮੇਰੀ ਮਾਂ, ਲੈ ਤੇਰੀ ਮਾਂ ਸਮੇਟ ਲਈ ਮੈਨੇ, ਜਾ ਲੱਭਦਾ ਫਿਰ। ਅਤੇ ਉਹ ਰਿਸ਼ਤਾ ਸਾਲਾਂ ਦੇ ਗੁਜ਼ਰਨ ਦੇ ਨਾਲ ਇਸ ਉਮਰ ਤੱਕ ਪਹੁੰਚਦਿਆਂ ਹੋਰ ਜ਼ਿਆਦਾ ਗਹਿਰਾ ਹੋ ਗਿਆ। ਔਰ ਮੈਂ ਅਕਸਰ ਕਹਿੰਦਾ ਕਿ ਲੋਕੀ ਪੱਗਾਂ ਵਟਾਉਂਦੇ ਹੁੰਦੇ ਸਨ। ਹਾਂ, ਮਾਂ ਵਟਾਈ ਹੈ, ਅਸਾਂ ਮਾਂ ਵਟਾਈ। ਵਾਹ ਵਾਹ। ਮੈਂ ਤੇ ਯਿਸੂ ਨੇ ਮਾਵਾਂ ਵਟਾਈਆਂ ਨੇ ਕਿ ਉਹ ਮੇਰੀ ਮਾਂ ਲੈ ਗਿਆ ਤੇ ਮੈਂ ਉਹਦੀ ਮਾਂ ਲੈ ਗਿਆ। ਵਾਹ, ਬਹੁਤ ਅੱਛਾ ਇਹ ਗੱਲ ਹੈ। ਫਾਦਰ ਜੀ, ਇਹਦੇ ਮਾਂ ਦਾ ਜ਼ਿਕਰ ਤੁਸੀਂ ਛੇੜਿਆ, ਇਸੇ ਹੀ ਗੀਤਾਂ ਦੇ ਐਲਬਮ ਦੇ ਵਿੱਚ ਤੁਸੀਂ ਇੱਕ ਹੋਰ ਗੀਤ ਬੜਾ ਸੋਹਣਾ ਲਿਖਿਆ ਸੀ, ਜਿਹੜਾ ਉਹ ਵੀ ਬਹੁਤ ਪਪੂਲਰ ਹੋਇਆ, ਲੇਖਾਂ ਹਾਰੀ ਮਾਂ। ਲੇਖਾਂ ਹਾਰੀ ਮਾਂ, ਹਾਂ। ਇਹ ਜਦੋਂ ਤੇ ਰੋਂਦੀ ਹੈ, ਹਾਂ, ਜਦੋਂ ਯਿਸੂ ਨੂੰ ਦਬ ਕੇ ਚਲੇ ਜਾਂਦੇ ਨੇ ਦਫਨ ਕਰਕੇ, ਤੇ ਉਸ ਵੇਲੇ ਦਾ ਰਾਤ ਨੂੰ ਮਾਂ ਕਿੱਥੇ ਜਾਵੇ? ਉੱਥੇ ਕਬਰਿਸਤਾਨ ਜੀ ਕਿਤੇ ਖੱਜਲ ਖਰਾਬ ਹੁੰਦੀ ਹੋ। ਤੇ ਉਹ ਬੋਲਦੇ ਗੀਤ ਦੇ ਕਿ ਲੇਖਾਂ ਹਾਰੀ ਮਾਂ ਵੇਖੋ ਕਲਵਰੀ ਤੇ ਰੋਂਦੀ ਏ, ਗਮਾਂ ਦੀਆਂ ਛਮਕਾਂ ਤੇ, ਛਮਕ ਲਚਕੀਲੀ ਸੋਟੀ ਨੂੰ, ਗਮਾਂ ਦੀਆਂ ਛਮਕਾਂ ਤੇ ਅਥਰੂ ਪਿਰੋਂਦੀ ਏ। ਤਸ਼ਬੀਹ ਜ਼ਰਾ ਦਾ ਬਹੁਤ ਆਲਾ, ਬਹੁਤ ਆਲਾ। ਲੇਖਾਂ ਹਾਰੀ ਮਾਂ ਵੇਖੋ ਕਲਵਰੀ ਤੇ ਰੋਂਦੀ ਏ। ਇਹ ਟੁਰ ਗਏ ਨੇ ਲੋਕੀ ਉਹਨੂੰ ਮਿੱਟੀ ਵਿੱਚ ਦੱਬ ਕੇ, ਟੁਰ ਗਏ ਨੇ ਲੋਕੀ ਉਹਨੂੰ ਮਿੱਟੀ ਵਿੱਚ ਦੱਬ ਕੇ, ਰੁਕ ਗਏ ਤੂਫਾਨ ਕਿਵੇਂ ਕਿਵੇਂ ਵਗ ਵਗ ਕੇ, ਹੁਣ ਨਿਤਰੀ ਹੈ ਰਾਤ ਪਰ ਜਿੰਦੜੀ ਨੂੰ ਖਾਂਦੀ। ਇਹ ਤਾਰੇ ਇੰਝ ਜਿਵੇਂ ਚੁੱਭਦੇ ਨੇ। ਸਹੀ। ਨਿਤਰੀ ਹੈ ਰਾਤ ਪਰ ਜਿੰਦੜੀ ਨੂੰ ਖਾਂਦੀ। ਤੇ ਉੱਠ ਮਾਤਾ ਹੋਸ਼ ਕਰ, ਉੱਠ ਘਰ ਚਲੀਏ, ਚੱਲ ਘਰ ਚਲੀਏ। ਨੂਰ ਦੀ ਉਡੀਕ ਵਿੱਚ ਬੈਠੀਏ ਇਕੱਲੀਏ, ਕਿ ਨੂਰ ਏਡੀ ਛੇਤੀ ਨਹੀਂ ਆਉਂਦਾ, ਅਜੇ ਰਾਤ ਪਈ ਹੈ, ਪੂਰੀ ਰਾਤ ਲੰਘਣੀ। ਤੇ ਫਿਰ ਉੱਠ ਮਾਤਾ ਹੋਸ਼ ਕਰ, ਚੱਲ ਘਰ ਚਲੀਏ। ਨੂਰ ਦੀ ਉਡੀਕ ਵਿੱਚ ਬੈਠੀਏ ਇਕੱਲੀਏ, ਸੱਜਰੀਆਂ ਸ਼ਾਮਾਂ ਨੂੰ ਸਵੇਰ ਕਦੋਂ, ਸਵੇਰ ਕਦੋਂ ਆਉਂਦੀ ਹੈ।
ਲੇਖਾਂ ਹਾਰੀ ਮਾਂ ਵੇਖੋ ਕਲਵਰੀ ਤੇ ਰੋਂਦੀ ਹੈ। ਫਾਦਰ ਜੀ, ਅੱਜ ਵੀ ਜਦੋਂ ਤੁਸੀਂ ਇਸ ਗੀਤ ਦੇ ਬੋਲ ਰਹੇ ਹੋ ਤੇ ਇਸ ਗੀਤ ਦਾ ਦਰਦ ਤੁਹਾਡੀਆਂ ਅੱਖਾਂ 'ਚ ਛਲਕ ਰਿਹਾ, ਤੁਹਾਡੇ ਲਹਿਜੇ 'ਚੋਂ ਛਲਕ ਰਿਹਾ, ਤੇ ਅਗਰ ਹਿੰਮਤ ਹੈ ਇਹਨੂੰ ਥੋੜ੍ਹਾ ਜਿਹਾ ਗੁਣਗੁਣਾਉਣ ਦੀ, ਅਸੀਂ ਸ਼ੁਕਰਗੁਜ਼ਾਰ ਹੋਵਾਂਗੇ। ਲੇਖਾਂ ਹਰੀ ਮਾਂ ਵੇਖੋ ਕਲਵਰੀ ਤੇ ਰੋਂਦੀ ਏ, ਲੇਖਾਂ ਹਰੀ ਮਾਂ ਵੇਖੋ ਕਲਵਰੀ ਤੇ ਰੋਂਦੀ ਏ, ਗਮਾਂ ਦੀਆਂ ਛਮਕਾਂ ਤੇ ਅਥਰੂ ਪਿਰੋਂਦੀ ਏ, ਲੇਖਾਂ ਹਰੀ ਮਾਂ ਵੇਖੋ ਕਲਵਰੀ ਤੇ ਰੋਂਦੀ ਏ। ਟੁਰ ਗਏ ਨੇ ਲੋਕੀ ਉਹਨੂੰ ਮਿੱਟੀ ਵਿੱਚ ਦਬ ਕੇ, ਟੁਰ ਗਏ ਨੇ ਲੋਕੀ ਉਹਨੂੰ ਮਿੱਟੀ ਵਿੱਚ ਦਬ ਕੇ, ਰੁਕ ਗਏ ਤੂਫਾਨ ਕਿਵੇਂ ਕਿਵੇਂ ਵਗ ਵਗ ਕੇ, ਕਿਵੇਂ ਵਗ ਵਗ ਕੇ, ਨਿਤਰੀਏ ਰਾਤ ਪਰ ਜਿੰਦੜੀ ਨੂੰ ਖਾਂਦੀ ਏ, ਨਿਤਰੀਏ ਰਾਤ ਪਰ ਜਿੰਦੜੀ ਨੂੰ ਖਾਂਦੀ ਏ। ਉੱਠ ਮਾਤਾ ਹੋਸ਼ ਕਰ ਚੱਲ ਕਰ ਚੱਲੀਏ, ਉੱਠ ਮਾਤਾ ਹੋਸ਼ ਕਰ ਚੱਲ ਕਰ ਚੱਲੀਏ, ਨੂਰ ਦੀ ਉਡੀਕ ਵਿੱਚ ਬੈਠੀਏ ਇਕੱਲੀਏ, ਬੈਠੀਏ ਇਕੱਲੀਏ। ਸਜਰੀਆਂ ਸ਼ਾਮਾਂ ਨੂੰ ਸਵੇਰ ਕਦੋਂ ਆਉਂਦੀ ਏ, ਸਜਰੀਆਂ ਸ਼ਾਮਾਂ ਨੂੰ ਸਵੇਰ ਕਦੋਂ ਆਉਂਦੀ ਏ, ਗਮਾਂ ਦੀਆਂ ਛਮਕਾਂ ਤੇ ਅਥਰੂ ਪਿਰੋਂਦੀ ਏ, ਲੇਖਾਂ ਹਾਰੀ ਮਾਂ ਵੇਖੋ ਕਲਵਰੀ ਤੇ ਰੋਂਦੀ ਏ, ਕਲਵਰੀ ਤੇ ਰੋਂਦੀ ਏ, ਕਲਵਰੀ ਤੇ ਰੋਂਦੀ ਏ। ਬਹੁਤ ਬਹੁਤ ਸ਼ੁਕਰੀਆ ਫਾਦਰ ਜੀ। ਅੱਜ ਵੀ ਉਸੇ ਹੀ ਦਰਦ ਦੇ ਨਾਲ ਜਦੋਂ ਤੁਸੀਂ ਲਿਖਿਆ ਸੀ ਤੇ ਅੱਜ ਗਾਇਆ ਜੇ, ਤੁਸੀਂ ਖੁਦ ਹੀ ਸਾਰਾ ਫਲਸਫਾ ਦੱਸ ਦਿੱਤਾ ਹੈ ਕਿ ਮਾਵਾਂ ਵਟਾ ਲਈਏ ਤੇ ਫਿਰ ਮੁਹੱਬਤਾਂ ਵੀ ਨਾਲ ਹੀ ਵਟਾਈਆਂ ਜਾਂਦੀਆਂ ਨੇ। ਅਤੇ ਮੈਂ ਅੱਜ ਇਸ ਮਹਿਫਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਵਾ ਕਿ ਤੁਹਾਡੀ ਇਹ ਖੂਬਸੂਰਤ ਕੈਸਟ ਅੱਜ ਵੀ ਲੋਕਾਂ ਦੇ ਦਿਲਾਂ 'ਚ ਇੰਝ ਹੀ ਵਸਦੀ ਪਈ ਹੈ ਅਤੇ ਰਹਿੰਦੀ ਦੁਨੀਆ ਤੱਕ ਥੈਂਕ ਯੂ। ਇਹ ਗੀਤ, ਇਹ ਬੋਲ, ਇਹ ਦਰਦ ਤੇ ਇਹੋ ਹੀ ਫਾਦਰ ਮੁਖਤਾਰ ਜ਼ਿੰਦਾ ਰਹੇਗਾ। ਫਾਦਰ ਜੀ, ਗॉड ब्लेस यू। थैंक यू वेरी मच। ख़वातीन हज़रात, फादर मुख्तार आलम ਜਿਹੜੇ ਹੋਣ ਆਲਮ ਦੇ ਮੁਖਤਾਰ, ਉਹਨਾਂ ਦੇ ਬੋਲ, ਉਹਨਾਂ ਦੀ ਸ਼ਾਇਰੀ 'ਚ ਛੁਪਿਆ ਪਿਆਰ ਤੇ ਨਾਲ ਨਾਲ ਇਸ ਸ਼ਾਇਰੀ ਦੇ ਵਿੱਚ ਛੁਪੀ ਹੋਈ ਦਰਦ, ਤਜਰਬਾ, ਉਤਾਰ ਚੜਾਓ, ਊਂਚ ਨੀਚ, ਜ਼ਿੰਦਗੀ ਦੇ ਰਿਸ਼ਤੇ ਤੇ ਰਿਸ਼ਤਿਆਂ ਦੇ ਦੁੱਖ ਤੇ ਰਿਸ਼ਤਿਆਂ ਦੇ ਦਰਦ ਬਹੁਤ ਵਾਜ਼ੇ ਨੇ। ਰੋਜ਼ਿਆਂ ਦੇ ਦਿਨ ਨੇ, ਯਸੂ ਦੇ ਦੁੱਖ ਤੇ ਉਹਦੀ ਮਾਂ ਦੇ ਦੁੱਖ, ਤੇ ਇਹਨਾਂ ਦੁੱਖਾਂ ਦਾ ਦਰਦ, ਇਹਨਾਂ ਦੁੱਖਾਂ ਦੀ ਪੀੜ ਅੱਜ ਵੀ ਅਸੀਂ ਮਹਿਸੂਸ ਕਰਨੇ ਹਾਂ ਤੇ ਕਰਨੀ ਚਾਹੀਦੀ ਹੈ, ਤਾਂ ਜੋ ਸਾਡੀ ਨਿਜਾਤ ਐਡੀ ਸਸਤੀ ਨਾ ਹੋ ਜਾਏ, ਬਲਕਿ ਇਹ ਨਿਜਾਤ ਜਿਹਦੇ ਲਈ
ਆਮ ਬੰਦੇ ਨੇ ਵੀ ਨਹੀਂ, ਖੁਦਾ ਦੇ ਬੇਟੇ ਨੇ, ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ, ਦੁੱਖ ਸਹਿ ਕੇ, ਦਰਦ ਸਹਿ ਕੇ ਇਹ ਫਿਦਿਆ ਦਿੱਤਾ ਹੈ, ਇਹ ਰੋਜ਼ਾਨਾ ਦਿੱਤਾ ਹੈ, ਕੀਮਤ ਭਰੀ ਹੈ। ਉਹ ਨਜਾਤ ਬਹੁਤ ਮਹਿੰਗੀ ਹੋਵੇ, ਉਹ ਨਜਾਤ ਵਾਕਈ ਮੇਰੀ ਨਜਾਤ ਤੇ ਤੁਹਾਡੀ ਨਜਾਤ ਬਣੇ। ਤੁਹਾਨੂੰ ਸਾਰਿਆਂ ਨੂੰ ਮਾਂ ਮਰੀਮ ਦੀ ਸਿਫਾਰਿਸ਼ ਦੇ ਨਾਲ ਉਹਦਾ ਬੇਟਾ ਸਦਾ ਸੁਖੀ ਰੱਖੇ। God bless you.